सत श्री अकाल। ਸਾਹਿਤਕ ਸੱਚ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਅਸੀਂ ਪ੍ਰੀਤਮ ਸਿੰਘ ਸਫੀਰ ਦੇ ਜੀਵਨ ਅਤੇ ਰਚਨਾ ਪ੍ਰਕਿਰਿਆ ਬਾਰੇ ਚਰਚਾ ਕਰਾਂਗੇ, ਪਰ ਇਸ ਤੋਂ ਪਹਿਲਾਂ ਚੈਨਲ 'ਤੇ ਨਵੇਂ ਜੁੜੇ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਬੈਲ ਦਾ ਬਟਨ ਵੀ ਦਬਾ ਲਵੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਵੀ ਤੁਹਾਡੇ ਤੱਕ ਸਮੇਂ ਸਿਰ ਪੁੱਜਦੀਆਂ ਰਹਿਣ। ਅਤੇ ਨਾਲ ਹੀ ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਹੁਣ ਤੱਕ ਜਾਰੀ ਕੀਤੀਆਂ ਗਈਆਂ ਲੈਕਚਰ ਲੜੀਆਂ ਆਪਣੀ ਕਲਾਸ ਦੇ ਹਿਸਾਬ ਦੇ ਨਾਲ ਸੁਣ ਸਕਦੇ ਹੋ। ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਵੀ ਸਾਂਝਾ ਕਰਦੇ ਰਹੋ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਚੈਨਲ ਦੇ ਨਾਲ ਜੁੜ ਕੇ ਆਪਣੀ ਪੜ੍ਹਾਈ ਨੂੰ ਸਮੇਂ ਸਿਰ ਪੂਰੀਆਂ ਕਰ ਸਕਣ। ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ। ਪ੍ਰੀਤਮ ਸਿੰਘ ਸਫੀਰ ਜੋ ਕਿ ਪੰਜਾਬੀ ਸਾਹਿਤ ਦੀ ਦੂਜੀ ਪੀੜ੍ਹੀ ਦੇ ਕਵੀਆਂ ਦੇ ਵਿੱਚੋਂ ਪ੍ਰਮੁੱਖ ਹਨ। ਇਹ ਵਿਅਕਤੀਵਾਦੀ ਰੁਚੀਆਂ ਦੇ ਮਾਲਕ ਕਵੀ ਸਨ, ਪਰ ਇਹਨਾਂ ਦਾ ਵਿਅਕਤੀਵਾਦ ਜੋ ਹੈ ਇਹਨਾਂ ਦੀ ਕਵਿਤਾ ਦੇ ਰੂਪ ਅਤੇ ਵਿਸ਼ਾ ਦੋਹਾਂ ਪੱਖਾਂ ਨੂੰ ਵਿਆਪਕਤਾ ਬਖਸ਼ਦਾ ਹੈ। ਇਹਨਾਂ ਦੀ ਲਿਖਤ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹਨਾਂ ਦੇ ਆਗਮਨ ਦੇ ਨਾਲ ਪੰਜਾਬੀ ਕਾਵਿ ਖੇਤਰ ਦੇ ਵਿੱਚ ਬੌਧਿਕ ਕਾਵਿਧਾਰਾ ਦਾ ਪ੍ਰਵੇਸ਼ ਹੁੰਦਾ ਹੈ। ਪੰਜਾਬੀ ਕਵਿਤਾ ਦੇ ਵਿੱਚ ਜਿੰਨੀਆਂ ਵੀ ਨਵੀਨ ਪ੍ਰਵਿਰਤੀਆਂ ਦਾ ਉਦੈ ਹੋਇਆ ਹੈ, ਉਹਨਾਂ ਨੂੰ ਉਦੈ ਕਰਨ ਦਾ ਸਿਹਰਾ ਜੋ ਹੈ ਉਹ ਵੀ ਪ੍ਰੀਤਮ ਸਿੰਘ ਸਫੀਰ ਦੇ ਸਿਰ ਹੀ ਵੱਜਦਾ ਹੈ। ਸਫੀਰ ਦੀ ਸਾਰੀ ਕਵਿਤਾ ਬੜੀ ਹੀ ਉੱਚ ਪੱਧਰ ਦੀ ਕਵਿਤਾ ਹੈ। ਜੇ ਦੂਜੇ ਸ਼ਬਦਾਂ ਦੇ ਵਿੱਚ ਕਿਹਾ ਜਾਏ ਤਾਂ ਸਫੀਰ ਜੋ ਹਨ ਅਜਿਹੇ ਬੌਧਿਕ ਕਵੀ ਹਨ ਜਿਨ੍ਹਾਂ ਦੀ ਕਵਿਤਾ ਸਿਰਫ ਬੁੱਧੀਜੀਵੀਆਂ ਦੇ ਲਈ ਰਚੀ ਗਈ ਹੈ, ਨਾ ਕਿ ਆਮ ਪਾਠਕਾਂ ਦੇ ਲਈ। ਇਸੇ ਕਰਕੇ ਹੀ ਪ੍ਰੀਤਮ ਸਿੰਘ ਸਫੀਰ ਆਮ ਪਾਠਕਾਂ ਦੇ ਵਿੱਚ ਮਕਬੂਲ ਜਾਂ ਪ੍ਰਸਿੱਧ ਨਹੀਂ ਹੋ ਸਕੇ। ਪ੍ਰੀਤਮ ਸਿੰਘ ਸਫੀਰ ਦਾ ਜਨਮ 13 ਅਪ੍ਰੈਲ 1916 ਈਸਵੀ ਦੇ ਵਿੱਚ ਪਿੰਡ ਮਲਿਕਪੁਰਾ, ਜਿਸ ਨੂੰ ਮਲਪੁਰ ਵੀ ਕਿਹਾ ਜਾਂਦਾ ਹੈ, ਜੋ ਕਿ ਜ਼ਿਲ੍ਹਾ ਰਾਵਲਪਿੰਡੀ ਪਾਕਿਸਤਾਨ ਵਿਖੇ ਹੋਇਆ। ਇਹਨਾਂ ਦੇ ਪਿਤਾ ਗਿਆਨੀ ਮਹਿਤਾਬ ਸਿੰਘ ਪੇਸ਼ੇ ਵਜੋਂ ਇੱਕ ਅਧਿਆਪਕ ਸਨ ਅਤੇ ਉਸ ਸਮੇਂ ਦੇ ਉੱਘੇ ਸਿੱਖ ਆਗੂ ਵੀ ਸਨ। ਇਹਨਾਂ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਵਿੱਚ ਹੀ ਹਾਸਲ ਕੀਤੀ ਅਤੇ BA ਖਾਲਸਾ ਕਾਲਜ ਅੰਮ੍ਰਿਤਸਰ ਤੋਂ ਕੀਤੀ ਅਤੇ ਇਸ ਤੋਂ ਬਾਅਦ LLB ਦੀ ਪੜ੍ਹਾਈ ਕਰਨ ਦੇ ਲਈ ਇਹ ਲਾਅ ਕਾਲਜ ਲਾਹੌਰ ਵਿਖੇ ਚਲੇ ਗਏ, ਜਿੱਥੇ ਇਹਨਾਂ ਨੇ ਲਾਅ ਕਰਨ ਤੋਂ ਬਾਅਦ ਜੋ ਹੈ ਪ੍ਰੈਕਟਿਸ ਵੀ ਸ਼ੁਰੂ ਕਰ ਦਿੱਤੀ। 1938-39 ਦੇ ਕਰੀਬ ਦੀ ਗੱਲ ਹੈ ਇਹ। ਔਰ ਜਦੋਂ 1947 ਦੇ ਵਿੱਚ ਪਾਕਿਸਤਾਨ ਦਾ ਜੋ ਹੈ ਉਦੈ ਹੁੰਦਾ ਹੈ, ਭਾਵ ਜਦੋਂ ਦੇਸ਼ ਦੀ ਵੰਡ ਹੁੰਦੀ ਹੈ, ਤਾਂ ਇਹ ਦਿੱਲੀ ਵਿਖੇ ਆ ਗਏ ਔਰ ਇੱਥੇ ਇਹਨਾਂ ਨੇ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਦਿੱਲੀ ਹਾਈ ਕੋਰਟ ਦੇ ਵਿੱਚ। ਔਰ ਨਿਰੰਤਰ ਆਪਣੀ ਮਿਹਨਤ ਸਦਕਾ 1969 ਦੇ ਵਿੱਚ ਇਹਨਾਂ ਨੇ ਦਿੱਲੀ ਹਾਈ ਕੋਰਟ ਦੇ ਵਿੱਚ ਜੱਜ ਵਜੋਂ ਅਹੁਦਾ ਸੰਭਾਲਿਆ। ਕਿੱਤਾ ਇਹਨਾਂ ਦਾ ਲੇਖਨ ਦੇ ਨਾਲ ਜੋ ਹੈ ਜੱਜ ਦੀਆਂ ਸੇਵਾਵਾਂ ਇਹ ਨਿਰੰਤਰ ਨਿਭਾਉਂਦੇ ਰਹੇ। ਮੌਤ ਜੋ ਹੈ ਇਹਨਾਂ ਦੀ 31 ਮਾਰਚ 1999 ਈਸਵੀ ਨੂੰ ਦਿੱਲੀ ਵਿਖੇ ਹੀ ਦਿਲ ਦਾ ਦੌਰਾ ਪੈਣ ਸਦਕਾ ਹੋਈ। ਇਹਨਾਂ ਨੂੰ ਮਾਨ ਸਨਮਾਨ ਵੀ ਹਾਸਿਲ ਹੋਏ, ਜਿਨ੍ਹਾਂ ਦੇ ਵਿੱਚੋਂ ਭਾਸ਼ਾ ਵਿਭਾਗ ਪੰਜਾਬ ਦਾ ਸ਼੍ਰੋਮਣੀ ਸਾਹਿਤਕਾਰ ਇਨਾਮ ਜੋ ਹੈ 1965 ਦੇ ਵਿੱਚ ਹਾਸਿਲ ਹੋਇਆ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਨੇ ਜੋ ਹੈ ਇਹਨਾਂ ਨੂੰ ਇਹ ਜੋ ਸ਼੍ਰੋਮਣੀ ਜਾਂ ਸਰਵਸ਼੍ਰੇਸ਼ਠ ਸਾਹਿਤਕਾਰ ਦਾ ਜੋ ਪੁਰਸਕਾਰ ਸੀ ਉਹ ਇਹਨਾਂ ਦੀ ਮੌਤ ਵਾਲੇ ਦਿਨ ਹੀ ਐਲਾਨਿਆ ਸੀ। ਇਹ ਅਸੀਂ ਜੋ ਹੈ ਇੱਕ ਸੰਯੋਗ ਹੀ ਕਹਿ ਸਕਦੇ ਹਾਂ ਕਿ ਉਸੇ ਦਿਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਨੇ ਮੀਟਿੰਗ ਕਰਕੇ ਇਹਨਾਂ ਨੂੰ ਜੋ ਹੈ ਸਰਵਸ਼੍ਰੇਸ਼ਠ ਸਾਹਿਤਕਾਰ ਦਾ ਸਨਮਾਨ ਦੇਣ ਦਾ ਫੈਸਲਾ ਲਿਆ ਔਰ ਉਸੇ ਦਿਨ ਹੀ ਇਹ ਅਕਾਲ ਚਲਾਣਾ ਕਰ ਗਏ। ਔਰ ਇਹ ਇਨਾਮ ਜੋ ਹੈ ਬਾਅਦ ਦੇ ਵਿੱਚ ਇਹਨਾਂ ਦੇ ਸਪੁੱਤਰ ਬ੍ਰਿਜ ਤ੍ਰਿਪਤਿੰਦਰ ਸਿੰਘ ਨੇ ਹਾਸਿਲ ਕੀਤਾ। ਪੰਜਾਬੀ ਕਾਵਿ ਖੇਤਰ ਦੇ ਵਿੱਚ ਇਹਨਾਂ ਨੇ ਅਨੇਕ ਰਚਨਾਵਾਂ ਕੀਤੀਆਂ, ਜਿਨ੍ਹਾਂ ਦੇ ਵਿੱਚ ਇਕਾਂਗੀ ਸੰਗ੍ਰਹਿ ਇਹਨਾਂ ਦਾ ਜੋ 5 ਨਾਟਕ ਨਾਮ ਦਾ ਇਕਾਂਗੀ ਸੰਗ੍ਰਹਿ ਜੋ ਹੈ ਇਹਨਾਂ ਨੇ 1939 ਦੇ ਵਿੱਚ ਹੀ ਲਿਖਿਆ ਸੀ। ਔਰ ਕਾਵਿ ਸੰਗ੍ਰਹਿ ਇਹਨਾਂ ਦੇ ਜਿਨ੍ਹਾਂ ਦੇ ਵਿੱਚੋਂ ਕੱਤਕ ਕੂੰਜਾਂ ਬੇਹੱਦ ਪ੍ਰਸਿੱਧ ਕਾਵਿ ਸੰਗ੍ਰਹਿ ਹੈ ਅਤੇ ਪਾਪ ਦੇ ਸੋਹਲੇ, ਰਕਤ ਬੂੰਦਾਂ, ਰਾਗ ਰਿਸ਼ਮਾ, ਆਦਿ ਜੁਗਾਦ, ਸਰਬ ਕਲਾ, ਅਨੇਕ ਵਿਸਥਾਰ, ਸੰਜੋਗ ਵਿਜੋਗ, ਅਪਾਰ ਅਨੂਪ ਨਾਮ ਦੇ ਕਾਵਿ ਸੰਗ੍ਰਹਿ ਲਿਖੇ ਅਤੇ ਸਰਬ ਨਿਰੰਤਰ ਜੋ ਹੈ ਇਹ ਇਹਨਾਂ ਦੀਆਂ ਸਮੁੱਚੀਆਂ ਰਚਨਾਵਾਂ ਦਾ ਸੰਗ੍ਰਹਿ ਹੈ। ਵਾਰਤਕ ਜੋ ਹੈ ਇਹਨਾਂ ਨੇ ਪੰਜਾਬੀ ਦੇ ਵਿੱਚ ਧੁਰ ਕੀ ਬਾਣੀ ਨਾਮ ਦੀ ਰਚਨਾ 1975 ਦੇ ਵਿੱਚ ਕੀਤੀ। 10 ਹੋਲੀ ਮਾਸਟਰਸ ਐਂਡ ਦੇਅਰ ਕਮੈਂਡਮੈਂਟਸ ਜੋ ਹੈ ਇਹਨਾਂ ਨੇ 1975 ਦੇ ਵਿੱਚ ਹੀ 1980 ਦੇ ਵਿੱਚ ਇਹ ਰਚਨਾ ਜੋ ਹੈ ਉਹ ਸਿਰਜੀ। ਦਾ 10th ਮਾਸਟਰ ਜੋ ਹੈ 1983 ਦੇ ਵਿੱਚ ਅਤੇ
ਅ ਸਟੱਡੀ ਆਫ ਭਾਈ ਵੀਰ ਸਿੰਘ ਪੋਇਟਰੀ ਜੋ ਹੈ ਇਹਨਾਂ ਨੇ 1985 ਦੇ ਵਿੱਚ ਇਹ ਜੋ ਰਚਨਾ ਜਿਹੜੀ ਸੀ ਪੰਜਾਬੀ ਸਾਹਿਤ ਨੂੰ ਭੇਟ ਕੀਤੀ। ਇਹਨਾਂ ਰਚਨਾਵਾਂ ਦੇ ਆਧਾਰ ਤੇ ਜੋ ਹੈ ਇਹਨਾਂ ਦੀ ਕਵਿਤਾ ਦਾ ਜਾਂ ਇਹਨਾਂ ਦੀਆਂ ਰਚਨਾਵਾਂ ਦਾ ਜੋ ਵਿਸ਼ਾ ਪੱਖ ਸੀ ਉਹ ਕਾਫੀ ਸਫੀਰ ਸਿਆਣਾ ਅਤੇ ਵਿਦਵਾਨ ਕਵੀ ਹੈ। ਉਸਦੀ ਕਵਿਤਾ ਦੇ ਵਿੱਚ ਜੋ ਹੈ ਬੜੇ ਡੂੰਘੇ ਭਾਵ ਭਰੇ ਹੁੰਦੇ ਹਨ। ਰਹੱਸਵਾਦ ਦੀ ਕਥਾ ਰਸ ਨੂੰ ਵਿਸਥਾਰ ਦਿੰਦਾ ਨਜ਼ਰ ਆਉਂਦਾ ਹੈ। ਉਸਦੀ ਕਵਿਤਾ ਵਿੱਚ ਨਵ ਰਹੱਸਵਾਦ ਜੋ ਹੈ ਬੌਧਿਕਤਾ ਅਤੇ ਸੁਹਜਤਾ ਦੇ ਰੂਪ ਦੇ ਵਿੱਚ ਪੇਸ਼ ਹੋਇਆ ਨਜ਼ਰ ਆਉਂਦਾ ਹੈ, ਕਿਉਂਕਿ ਸਫੀਰ ਦੀਆਂ ਕਵਿਤਾਵਾਂ ਦੇ ਵਿੱਚ ਰਹੱਸਵਾਦ ਦਾ ਜੋ ਹੈ ਨਵ ਰਹੱਸਵਾਦੀ ਰੂਪ, ਛਾਇਆਵਾਦ, ਅਧਿਆਤਮਵਾਦ, ਪ੍ਰੀਤ ਦਾ ਪੁਜਾਰੀ, ਕ੍ਰਾਂਤੀ ਦਾ ਸੰਦੇਸ਼ ਅਤੇ ਵਿਅੰਗਾਤਮਕਤਾ ਆਦਿ ਵਿਸ਼ੇ ਜਿਹੜੇ ਹਨ ਉਹਨਾਂ ਨੂੰ ਅਸੀਂ ਲੈ ਸਕਦੇ ਹਾਂ, ਇਹਨਾਂ ਬਾਰੇ ਚਰਚਾ ਕਰ ਸਕਦੇ ਹਾਂ। ਕਿਉਂਕਿ ਸਫੀਰ ਜੋ ਹੈ ਉਸਦੀ ਕਵਿਤਾ ਬੜੀ ਡੂੰਘੀ ਰਮਜ਼ਮਈ ਹੈ, ਛਾਇਆਵਾਦੀ ਰੰਗਨ ਦੇ ਨਾਲ ਰੰਗੀ ਹੋਈ ਹੈ। ਉਸਦਾ ਰੋਮਾਂਸ ਉਸਦੇ ਛਾਇਆਵਾਦ ਨਾਲ ਹੀ ਪ੍ਰਗਟ ਹੁੰਦਾ ਹੈ। ਇੱਕ ਪਾਸੇ ਉਹ ਇਸਤਰੀ ਦੀ ਕਹਾਣੀ ਛੇੜਦਾ ਹੈ ਤਾਂ ਦੂਜੇ ਪਾਸੇ ਉਹ ਅਧਿਆਤਮਿਕ ਉਚਾਈਆਂ ਨੂੰ ਵੀ ਛੂੰਹਦਾ ਹੈ। ਸਫੀਰ ਜੋ ਹੈ ਅਧਿਆਤਮਵਾਦੀ ਕਵੀ ਵੀ ਹੈ, ਕਿਉਂਕਿ ਅਧਿਆਤਮਵਾਦ ਦੇ ਭਾਵ ਰੱਬ ਦੇ ਉੱਤੇ ਉਸਨੂੰ ਪੂਰਨ ਵਿਸ਼ਵਾਸ ਹੈ, ਪਰ ਕਿਤੇ ਕਿਤੇ ਉਹ ਵਿਸਮਾਦ ਵਿੱਚ ਆ ਕੇ ਉਸਦੀ ਹਸਤੀ ਤੋਂ ਮੁਨਕਰ ਵੀ ਹੋ ਜਾਂਦਾ ਹੈ। ਉਹ ਵੀ ਜਿਸ ਤਰ੍ਹਾਂ ਪ੍ਰੋਫੈਸਰ ਮੋਹਨ ਸਿੰਘ ਕਹਿੰਦਾ ਹੈ ਕਿ ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ, ਖੋਲ੍ਹਣ ਲੱਗਿਆਂ ਪੇਚ ਉਸਦੇ ਕਾਫਰ ਹੋ ਜਾਏ ਬੰਦਾ। ਇਸੇ ਤਰ੍ਹਾਂ ਪ੍ਰੀਤਮ ਸਿੰਘ ਸਫੀਰ ਲਿਖਦਾ ਹੈ ਕਿ ਰੱਬ ਦੀ ਭਗਤੀ, ਦੇਸ਼ ਦੀ ਭਗਤੀ, ਮਹਿੰਗੀਆਂ ਮਹਿੰਗੀਆਂ ਗੱਲਾਂ, ਕਿਉਂਕਿ ਰੱਬ ਦੀ ਭਗਤੀ ਅਤੇ ਦੇਸ਼ ਦੀ ਭਗਤੀ ਜਿਹੜੀ ਹੈ ਉਹ ਜੋ ਹੈ ਅੱਜ ਦੇ ਮਨੁੱਖ ਦੇ ਹਾਣ ਦੀਆਂ ਗੱਲਾਂ ਨਹੀਂ ਉਸਨੂੰ ਨਜ਼ਰ ਆਉਂਦੀਆਂ। ਸਫੀਰ ਦੀ ਕਵਿਤਾ ਦੇ ਵਿੱਚ ਜੋ ਹੈ ਕਹਿ ਸਕਦੇ ਹਾਂ ਕਿ 3 ਵਿਸ਼ੇ ਜੋ ਹਨ ਪ੍ਰਮੁੱਖ ਰੂਪ ਦੇ ਵਿੱਚ ਪ੍ਰਗਟਾਏ ਗਏ ਹਨ, ਜਿਨ੍ਹਾਂ ਦੇ ਵਿੱਚ ਇਸ਼ਕ ਹੈ, ਭਾਵ ਉਹ ਪ੍ਰੇਮ ਦਾ ਪੁਜਾਰੀ ਹੈ, ਅਧਿਆਤਮਵਾਦ ਵੀ ਹੈ ਅਤੇ ਕ੍ਰਾਂਤੀ ਦਾ ਸੰਦੇਸ਼ ਵੀ ਦਿੰਦਾ ਹੈ। ਇਹ 3 ਵਿਸ਼ੇ ਜਿਹੜੇ ਹਨ ਮੁੱਖ ਰੂਪ ਦੇ ਵਿੱਚ ਉਸਦੀ ਕਵਿਤਾ ਵਿੱਚ ਪ੍ਰਗਟ ਹੋਏ ਹਨ। ਉਹ ਕੱਚੇ ਇਸ਼ਕ ਨੂੰ ਨਿੰਦਦਾ ਵੀ ਹੈ, ਪਰ ਦੂਜੇ ਪਾਸੇ ਉਹ ਆਪਣੀ ਪ੍ਰੇਮਿਕਾ ਨੂੰ ਤਾਨੇ ਮਿਹਣੇ ਵੀ ਦਿੰਦਾ ਹੈ, ਅਤੇ ਤੀਜੇ ਪਾਸੇ ਉਹ ਪ੍ਰੇਮਿਕਾ ਦੇ ਰੂਪ ਦੇ ਵਿੱਚ ਰੱਬ ਨੂੰ ਪਾਉਣ ਦੀਆਂ ਗੱਲਾਂ ਵੀ ਕਰਦਾ ਹੈ। ਅਸਲ ਦੇ ਵਿੱਚ ਸਫੀਰ ਜੋ ਹੈ ਇੱਕ ਨਿਵੇਕਲੇ ਕਿਸਮ ਦਾ ਕਵੀ ਹੈ। ਵਿਸ਼ੇ ਪੱਖੋਂ ਸਫੀਰ ਦੀ ਕਵਿਤਾ ਬਹੁਪੱਖੀ ਹੈ। ਉਸਦਾ ਪ੍ਰਧਾਨ ਵਿਸ਼ਾ ਭਾਵੇਂ ਪਿਆਰ ਹੀ ਹੈ, ਪਰ ਪਿਆਰ ਬਾਰੇ ਉਸਦਾ ਨਿੱਜੀ ਦ੍ਰਿਸ਼ਟੀਕੋਣ ਹੈ। ਉਹ ਆਦਰਸ਼ਕ ਪਿਆਰ ਚਾਹੁੰਦਾ ਹੈ ਅਤੇ ਇਸ ਦੁਨੀਆ ਵਿੱਚ ਅਜਿਹਾ ਪਿਆਰ ਨਾ ਮਿਲਣ ਕਰਕੇ ਉਸਨੂੰ ਨਿਰਾਸ਼ਤਾ ਵੀ ਹੁੰਦੀ ਹੈ। ਵਿਚਾਰਾਂ ਵੱਲੋਂ ਸਫੀਰ ਜੋ ਹੈ ਅਗਰਗਾਮੀ ਹੈ, ਪਰ ਕਿਤੇ ਕਿਤੇ ਨਿਰਾਸ਼ਤਾ ਵਿੱਚ ਆ ਕੇ ਉਹ ਪ੍ਰਤੀਗਾਮੀ ਵੀ ਹੋ ਜਾਂਦਾ ਹੈ। ਉਹ ਆਸ਼ਾਵਾਦੀ ਹੈ, ਪਰ ਕਿਤੇ ਕਿਤੇ ਦੁਨੀਆ ਦੀ ਬੇਵਫਾਈ ਤੋਂ ਛਿੱਥਾ ਪੈ ਕੇ ਉਹ ਨਿਰਾਸ਼ਾਵਾਦੀ ਅਤੇ ਸਨਕੀ ਵੀ ਹੋ ਜਾਂਦਾ ਹੈ। ਪਰ ਸਫੀਰ ਦੀ ਕਵਿਤਾ ਦੇ ਵਿੱਚ ਕ੍ਰਾਂਤੀਕਾਰੀ ਚੇਤਨਾ ਵੀ ਹੈ, ਵਿਅੰਗਾਤਮਕਤਾ ਵੀ ਹੈ, ਅਧਿਆਤਮਕਤਾ ਅਤੇ ਆਤਮਕ ਚੇਤਨਾ ਵੀ ਪੈਦਾ ਹੋਈ ਹੈ ਜਾਂ ਪ੍ਰਗਟ ਹੋਈ ਹੈ। ਅਧਿਆਤਮਕਤਾ ਸਫੀਰ ਦੇ ਲਈ ਅਸਲ ਦੇ ਵਿੱਚ ਕ੍ਰਾਂਤੀ ਦਾ ਇੱਕ ਨੀਂਹ ਪੱਥਰ ਹੈ। ਕ੍ਰਾਂਤੀ ਦਾ ਮੂਲ ਸੋਮਾ ਜੋ ਹੈ ਉਸ ਨੂੰ ਅਧਿਆਤਮਕਤਾ ਨੂੰ ਮੰਨਦਾ ਹੈ, ਅਤੇ ਸਫੀਰ ਦੀ ਕ੍ਰਾਂਤੀ ਦਾ ਸੰਕਲਪ ਜੋ ਹੈ ਉਹ ਉਸਦੇ ਹਿਰਦੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰਭਾਵਿਤ ਹੋ ਕੇ ਆਉਂਦਾ ਹੈ। ਉਸਦੀ ਸੁਹਿਰਦਤਾ ਅਤੇ ਨਿੱਜੀ ਅਨੁਭਵ ਦੀ ਤੀਖਣਤਾ ਜਿਹੜੀ ਹੈ ਉਸਦੇ ਸਮੁੱਚੇ ਕਾਵਿ ਦੇ ਵਿੱਚ ਲੁਕੀ ਹੋਈ ਹੁੰਦੀ ਹੈ। ਸਫੀਰ ਨੇ ਪੰਜਾਬੀ ਕਾਵਿ ਖੇਤਰ ਦੇ ਵਿੱਚ ਅਨੇਕਾਂ ਨਵੇਂ ਪ੍ਰਯੋਗ ਕੀਤੇ ਹਨ। ਸਫੀਰ ਵਰਤਮਾਨ ਸਮਾਜ ਦੀਆਂ ਕਮਜ਼ੋਰੀਆਂ ਨੂੰ ਵੀ ਸਮਝਦਾ ਹੈ। ਉਹ ਸਰਮਾਏਦਾਰੀ ਦੇ ਵਿਰੁੱਧ ਵੀ ਹੈ ਅਤੇ ਕਿਰਤੀਆਂ ਨੂੰ ਆਪਣੇ ਹੱਕਾਂ ਦੇ ਲਈ ਹਲੂਣਦਾ ਵੀ ਹੈ, ਕਿਉਂਕਿ ਜਿੱਥੇ ਪ੍ਰੀਤਮ ਸਿੰਘ ਸਫੀਰ ਜੋ ਹੈ ਗੱਲ ਜਦੋਂ ਕਿਰਤੀਆਂ ਦੇ ਹੱਕ ਦੀ ਕਰਦਾ ਹੈ ਤਾਂ ਉਸ ਦੇ ਸੰਦਰਭ ਦੇ ਵਿੱਚ ਅਸੀਂ ਉਸਦੀ ਕਵਿਤਾ ਜੋ ਕਿ BA ਭਾਗ ਦੂਜਾ ਦੇ ਪਹਿਲੇ ਭਾਗ ਸਮੈਸਟਰ ਦੂਸਰੇ ਜਿਹੜਾ ਕਿ ਹੁਣ ਅਸੀਂ ਕਰ ਰਹੇ ਹਾਂ, ਇਸ ਦੇ ਸਿਲੇਬਸ ਵਿੱਚ ਵੀ ਸ਼ਾਮਿਲ ਹੈ ਕਿ ਕਿਸੇ ਦੇ ਖੂਨ 'ਚੋਂ ਨਿਖਰਿਆ ਹੈ ਤੇਰੀ ਪਗੜੀ ਦਾ ਸਫੈਦ ਕਮਲ, ਪਰਾਏ ਖੂਨ 'ਚ ਰੰਗੀ ਹੈ ਤੇਰੇ ਮਹਿਲਾਂ ਦੀ ਨੁਹਾਰ। ਇੱਕ ਤਰ੍ਹਾਂ ਦੇ ਨਾਲ ਕਵੀ ਜੋ ਹੈ ਇੱਥੇ ਸਰਮਾਏਦਾਰੀ ਨੂੰ ਕਟਹਿਰੇ ਦੇ ਵਿੱਚ ਖੜਾ ਕਰਦਾ ਹੈ। ਇਹ ਕਵਿਤਾ ਸਰਮਾਏਦਾਰੀ ਨੂੰ ਸੰਬੋਧਿਤ ਹੋ ਕੇ ਉਸਨੇ ਲਿਖੀ ਹੈ ਕਿ ਤੈਨੂੰ ਕਿਰਤੀਆਂ ਦੀ ਸ਼ਕਤੀ ਤੋਂ ਕੰਬਣਾ ਚਾਹੀਦਾ ਹੈ, ਕਿਉਂਕਿ ਕਿਰਤੀ ਵਰਗ ਜੋ ਹੈ ਇਸਦੇ ਪੈਰਾਂ ਹੇਠ ਹੁਣ ਧਰਤੀ ਉਸਲ ਵੱਟੇ ਲੈ ਰਹੀ ਹੈ। ਇਹ ਕ੍ਰਾਂਤੀ ਦੇ ਲਈ ਬਿਲਕੁਲ ਤਿਆਰ ਹਨ, ਮਰਨਾ ਵੀ ਜਾਣਦੇ ਹਨ, ਅਤੇ ਆਪਾਂ ਵਾਰਨਾ ਭਾਵ ਇਹਨਾਂ ਦੇ ਜੋ ਹੈ ਖੂਨ ਦੇ ਵਿੱਚ ਰਮਿਆ ਹੋਇਆ ਹੈ। ਸਫੀਰ ਜੋ ਹੈ ਇੱਕ ਤਰ੍ਹਾਂ ਦੇ ਨਾਲ ਇਨਕਲਾਬ ਦੀਆਂ ਬਾਤਾਂ ਪਾਉਣ ਵਾਲਾ ਕਵੀ ਹੈ, ਔਰ ਇਸ ਦੀ ਕਵਿਤਾ ਜੋ ਹੈ ਉਸਨੇ ਆਪਣੇ ਜੋ ਹੈ ਸਮਾਜ ਨੂੰ ਬਦਲਣ ਦੇ ਲਈ ਹੋਰ ਭਾਵ ਕ੍ਰਾਂਤੀ ਤੋਂ ਬਿਨਾਂ ਉਸਨੂੰ ਕੋਈ ਚਾਰਾ ਨਜ਼ਰ ਨਹੀਂ ਆਉਂਦਾ। ਇਸੇ ਲਈ ਉਹ ਕਹਿ ਦਿੰਦਾ ਹੈ ਕਿ ਬਦਲ ਦੇਣ ਨੂੰ ਜਾਣੇ ਇਹ ਕੋਈ ਇੱਕ ਭਿਅੰਕਰ ਕਾਰਾ, ਉਦਮ ਨੂੰ ਜੋ ਗੜਬੜ ਜਾਣੇ ਉਸ ਦੁਨੀਆ ਦਾ ਕੌਣ ਕਰੇ ਛੁਟਕਾਰਾ।
ਜਾਂ ਉਹ ਕਹਿ ਰਿਹਾ ਕਿ ਮਰਨ ਵਾਲਿਆਂ ਮਰਿਆ ਜਾਣਾ, ਇਸ ਮਰਨ ਨੂੰ ਰੋਕ ਨਾ ਸਕਿਆ ਕੋਈ। ਫਿਰ ਜੇ ਇੱਕ ਘਮਸਾਣ ਮਚਾ ਕੇ ਰਾਹ ਦੇ ਰੋੜੇ ਤੀਸ ਪਿਸਾ ਕੇ ਇੱਥੇ ਸਵਰਗ ਵਸ ਸਕੇ ਕੋਈ, ਕਿਉਂ ਨਾ ਹੋਏ ਅਣਹੋਈ। ਭਾਵ ਉਹ ਮਨੁੱਖ ਨੂੰ ਜੋ ਹੈ ਕ੍ਰਾਂਤੀ ਦੇ ਲਈ ਪ੍ਰੇਰਿਤ ਕਰ ਰਿਹਾ ਹੈ, ਕਿਉਂਕਿ ਕ੍ਰਾਂਤੀ ਤੋਂ ਬਿਨਾਂ ਇਸ ਸਮਾਜ ਦੇ ਵਿੱਚ ਹੱਕਾਂ ਦੀ ਪ੍ਰਾਪਤੀ ਹੋਣਾ ਜੋ ਹੈ ਨਾਮੁਮਕਿਨ ਹੈ। ਵਿਸ਼ਾ ਪੱਖ ਤੋਂ ਬਾਅਦ ਜੋ ਹੈ ਅਸੀਂ ਉਸਦੀ ਕਵਿਤਾ ਦਾ ਰੂਪਕ ਪੱਖ ਜੋ ਹੈ ਉਸ ਦੇ ਬਾਰੇ ਵੀ ਵਿਚਾਰ ਕਰਾਂਗੇ। ਸਭ ਤੋਂ ਵੱਡੀ ਗੱਲ ਹੈ ਕਿ ਜੋ ਪ੍ਰੀਤਮ ਸਿੰਘ ਸਫੀਰ ਦੀ ਬੋਲੀ ਹੈ, ਇਸ ਦੇ ਵਿੱਚ ਉਸਨੇ ਕਿਉਂਕਿ ਪੋਠੋਹਾਰੀ ਇਲਾਕੇ ਦਾ ਜੰਮਪਲ ਹੈ, ਸੋ ਉਸ ਦੀ ਬੋਲੀ ਜਾਂ ਉਸਦੀ ਸ਼ਬਦਾਵਲੀ ਦੇ ਵਿੱਚ ਜੋ ਹੈ ਪੋਠੋਹਾਰੀ ਰੰਗਣ ਦਾ ਹੋਣਾ ਸੁਭਾਵਿਕ ਹੀ ਹੈ। ਅਤੇ ਪੋਠੋਹਾਰੀ ਦੇ ਨਾਲ ਨਾਲ ਉਸਨੇ ਅਰਬੀ ਫਾਰਸੀ ਦੀ ਰੰਗਣ ਨੂੰ ਵੀ ਅਪਣਾਇਆ ਹੈ। ਉਸਦੀ ਕਵਿਤਾ ਦੇ ਵਿੱਚ ਜੋ ਬੋਲੀ ਵਰਤੀ ਗਈ ਹੈ ਜਾਂ ਸ਼ਬਦਾਵਲੀ ਵਰਤੀ ਗਈ ਹੈ, ਉਹ ਆਮ ਤੌਰ 'ਤੇ ਔਖੀ ਹੁੰਦੀ ਹੈ। ਇਸੇ ਕਰਕੇ ਉਸਦੀ ਕਵਿਤਾ ਦੇ ਵਿੱਚ ਅਸਪਸ਼ਟਤਾ ਵੀ ਆ ਜਾਂਦੀ ਹੈ ਔਰ ਉਹ ਆਮ ਜਨ ਜਾਂ ਆਮ ਪਾਠਕ ਨੂੰ ਸਮਝ ਵਿੱਚ ਵੀ ਨਹੀਂ ਆਉਂਦੀ। ਸਫੀਰ ਦੀ ਬੋਲੀ ਕੇਂਦਰੀ ਪੰਜਾਬੀ ਹੈ। ਵੈਸੇ ਕੇਂਦਰੀ ਪੰਜਾਬੀ ਬੋਲੀ ਦੀ ਵਰਤੋਂ ਕੀਤੀ ਹੈ, ਪਰ ਉਸ ਦੇ ਵਿੱਚ ਸ਼ਬਦਾਵਲੀ ਜਿਹੜੀ ਹੈ ਜਾਂ ਸ਼ਬਦਾਂ ਦੀ ਰੰਗਣ ਜਿਹੜੀ ਹੈ ਉਸਨੇ ਵਰਤੀ ਹੈ, ਉਹ ਪੋਠੋਹਾਰੀ ਵੀ ਹੈ, ਅਰਬੀ ਫਾਰਸੀ ਦੀ ਵੀ ਹੈ। ਉਸਨੇ ਮਿਥਿਹਾਸਕ ਜੋ ਪਾਤਰ ਹਨ ਉਹਨਾਂ ਨੂੰ ਲੈ ਕੇ ਵੀ ਰਚਨਾਵਾਂ, ਮਿਥਿਹਾਸਕ ਜੋ ਘਟਨਾਵਾਂ ਹਨ ਉਹਨਾਂ ਨੂੰ ਵੀ ਵਰਤਿਆ ਹੈ, ਜਿਸ ਸਦਕਾ ਉਸਦੀ ਕਵਿਤਾ ਜੋ ਹੈ ਕਈ ਵਾਰ ਬਹੁਤ ਹੀ ਕਠਿਨ ਜਾਂ ਔਖੀ ਜਾਂ ਬੌਧਿਕ ਜਾਂ ਇੱਕ ਗੋਰਖ ਧੰਦਾ ਜਿਹਾ ਬਣ ਕੇ ਰਹਿ ਜਾਂਦੀ ਹੈ। ਮੁਹਾਵਰੇ ਅਤੇ ਅਲੰਕਾਰਾਂ ਦੀ ਵੀ ਉਸਨੇ ਵਰਤੋਂ ਕੀਤੀ ਹੈ। ਸ਼ੁੱਧ ਅਲੰਕਾਰ ਉਸਨੇ ਆਪਣੀ ਕਵਿਤਾ ਦੇ ਵਿੱਚ ਵਰਤੇ ਹਨ। ਸਫੀਰ ਦੀ ਕਵਿਤਾ ਦੇ ਵਿੱਚ ਉਪਮਾ, ਰੂਪਕ, ਕਥ ਕਥਨੀ ਅਤੇ ਦ੍ਰਿਸ਼ਟਾਂਤ ਅਲੰਕਾਰਾਂ ਦੇ ਹਵਾਲੇ ਜੋ ਹਨ ਥਾਂ ਪੁਰਥਾਂ ਸਾਨੂੰ ਨਜ਼ਰ ਆਉਂਦੇ ਹਨ। ਔਰ ਸ਼ਬਦਾਂ ਦੀ ਜਿਹੜੀ ਚੋਣ ਹੈ ਉਸਦੀ, ਕਿਉਂਕਿ ਉਸਦੇ ਵਿਚਾਰਾਂ ਦੇ ਵਿੱਚ ਅਸਪਸ਼ਟਤਾ ਕਿਤੇ ਕਿਤੇ ਨਜ਼ਰ ਆਉਂਦੀ ਹੈ, ਧੁੰਦਲੇ ਹੋ ਜਾਂਦੇ ਹਨ ਵਿਚਾਰ। ਉਹ ਕਿਉਂ ਹੁੰਦੇ ਹਨ? ਕਿਉਂਕਿ ਉਸਨੇ ਔਖੇ ਸ਼ਬਦਾਂ ਦੀ ਵਰਤੋਂ ਕੀਤੀ ਹੈ। ਕਈ ਥਾਈਂ ਉਸਦੀ ਬੋਲੀ ਇੰਨੀ ਔਖੀ ਹੋ ਜਾਂਦੀ ਹੈ, ਜਿਵੇਂ ਜਨਮ ਮਰਨ ਦੇ ਗੇੜਾਂ ਅੰਦਰ ਲੱਖ ਮੁਸ਼ਨਾਕਾਂ ਵਰੀਆਂ, ਪਰ ਇੱਕੋ ਇੱਕ ਇਸ ਤੀਵੀਂ ਤੋਂ ਰੂਹ ਦੀਆਂ ਤਪਤਾਂ ਠਰੀਆਂ। ਕੋਈ ਅੰਦਰਲੀ ਤ੍ਰਿਸ਼ਨਾ ਆਪਣੀ ਪੁਤਲੀ ਬਣ ਗਈ ਜਾਪੀ, ਖਿਆਲਾਂ ਦੀਆਂ ਸੋਹਲ ਪੱਤੀਆਂ ਹੋਈਆਂ ਹਰੀਆਂ ਭਰੀਆਂ। ਹੁਣ ਰੋਸੇ ਦੀ ਪਤਝੜ ਤੋਂ ਮੈਂ ਕਿੱਥੇ ਛੁਪ ਖਲੋਵਾਂ। ਭਾਵ ਇਹ ਕਵਿਤਾ ਜਿਹੜੀ ਹੈ ਇਹ ਆਮ ਪਾਠਕ ਦੇ ਪੱਧਰ ਦੀ ਕਵਿਤਾ ਨਹੀਂ ਹੈ, ਇਸੇ ਸਦਕਾ ਉਹ ਆਮ ਜਨ ਦੇ ਵਿੱਚ ਪ੍ਰਸਿੱਧਤਾ ਹਾਸਿਲ ਨਹੀਂ ਕਰ ਸਕਿਆ। ਇਸ ਦੇ ਨਾਲ ਹੀ ਜੋ ਸਫੀਰ ਦੀ ਕਵਿਤਾ ਦੇ ਵਿੱਚ ਰਸ ਹਨ, ਇਹਨਾਂ ਦਾ ਵੀ ਮਲਗੋਬਾ ਮਿਲਦਾ ਹੈ। ਕਈ ਥਾਈਂ ਉਸਨੇ ਅਦਭੁਤ ਰਸ ਵੀ ਵਰਤਿਆ ਹੈ, ਸ਼ਾਂਤ ਰਸ ਵੀ ਹੈ, ਬੀਰ ਰਸ ਹੈ, ਕਰੁਣਾ ਰਸ ਹੈ। ਕਿਉਂਕਿ ਪਿਆਰ ਦਾ ਕਵੀ ਹੈ, ਸੋ ਸ਼ਿੰਗਾਰ ਰਸ ਇਸ ਦੇ ਵਿੱਚ ਆਪ ਮੁਹਾਰੇ ਹੀ ਪ੍ਰਗਟ ਹੁੰਦਾ ਹੈ। ਸੋ ਉਸਨੇ ਆਪਣੀ ਕਵਿਤਾ ਨੂੰ ਨਿਖਾਰਨ ਦੇ ਲਈ ਜੋ ਹੈ ਬੋਲੀ, ਸ਼ਬਦਾਵਲੀ, ਛੰਦ, ਅਲੰਕਾਰ, ਰਸ ਜਿਹੜੇ ਹਨ ਇਹਨਾਂ ਦੀ ਭਰਪੂਰ ਵਰਤੋਂ ਕੀਤੀ ਹੈ।